ਨਮਸਕਾਰ, ਸਤਿ ਸ੍ਰੀ ਅਕਾਲ। ਨਿਊਜ਼ 18 ਵੇਖ ਰਹੇ तमाम ਦਰਸ਼ਕਾਂ ਦਾ ਜੀ ਆਇਆਂ ਨੂੰ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਕਾਸ਼ ਫੁਲਾਰਾ। ਅੱਜ ਕ੍ਰਾਈਮ ਫਾਈਲਸ ਦੇ ਵਿੱਚ ਉਸ ਪਾਪ ਦਾ ਪਰਦਾਫਾਸ਼ ਹੋਵੇਗਾ ਜਿਸ ਦਾ ਖੁਲਾਸਾ 7 ਸਮੁੰਦਰ ਪਾਰ ਅਮਰੀਕਾ ਦੇ ਵਿੱਚ ਹੋਇਆ ਹੈ। ਪੰਜਾਬ ਦੇ ਗੈਂਗਸਟਰਾਂ ਨੂੰ ਲੈ ਕੇ ਇੱਕ ਅਜਿਹਾ ਖੁਲਾਸਾ ਜਿਸ ਨੇ ਭਾਰਤ ਦੀਆਂ ਏਜੰਸੀਆਂ ਅਤੇ ਇੱਥੋਂ ਤੱਕ ਕਿ ਪੰਜਾਬ ਪੁਲਿਸ ਦੀ ਵੀ ਨੀਂਦ ਉਡਾ ਕੇ ਰੱਖ ਦਿੱਤੀ। ਇੱਕ ਅਜਿਹਾ ਖੁਲਾਸਾ ਹੈ ਜੋ FBI ਨੇ ਕੀਤਾ ਹੈ ਅਤੇ ਇਸ ਨੂੰ ਲੈ ਕੇ ਹੁਣ तमाम ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਹਨ। ਪਾਬਲੋ ਐਸਕੋਬਾਰ ਦੁਨੀਆ ਦਾ ਸਭ ਤੋਂ ਵੱਡਾ ਡਰੱਗ ਤਸਕਰ 1980 ਦੇ ਦੌਰ ਦਾ ਇੱਕ ਅਜਿਹਾ ਡਰੱਗ ਕਿੰਗ ਜਿਸ ਨੇ ਅਪਰਾਧ ਦੀ ਦੁਨੀਆ ਨੂੰ ਸਰਹੱਦਾਂ ਤੋਂ ਪਾਰ ਪਹੁੰਚਾਇਆ। ਜ਼ਿਆਦਾਤਰ ਲੋਕਾਂ ਨੇ ਉਸ ਦੀ ਜ਼ਿੰਦਗੀ ਤੇ ਬਣੀ ਮਸ਼ਹੂਰ ਵੈਬ ਸੀਰੀਜ਼ ਨਾਰਕੋਸ ਜ਼ਰੂਰ ਦੇਖੀ ਹੋਵੇਗੀ। ਕ੍ਰਾਈਮ ਫਾਈਲਸ ਦੀ ਇਹ ਕਹਾਣੀ ਕੋਲੰਬੀਆਈ ਡਰੱਗ ਲੌਰਡ ਦੀ ਨਹੀਂ ਹੈ ਬਲਕਿ ਅੱਜ ਦੇ ਦੌਰ ਦੇ ਉਹਨਾਂ ਗੈਂਗਸਟਰਾਂ ਦੀ ਹੈ ਜਿਨ੍ਹਾਂ ਦਾ ਨੈਟਵਰਕ ਮਹਾਦੀਪਾਂ ਦੀਆਂ ਸਰਹੱਦਾਂ ਨੂੰ ਵੀ ਪਾਰ ਕਰ ਚੁੱਕਿਆ ਹੈ। ਗੈਂਗਸਟਰਾਂ ਦਾ ਇੱਕ ਅਜਿਹਾ ਗਰੁੱਪ ਜੋ ਸਿੱਧੇ ਤੌਰ ਤੇ ਭਾਰਤ ਦੇ ਨਾਲ ਹੀ ਜੁੜਿਆ ਹੋਇਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਰਾਈਟ ਹੈਂਡ ਗੈਂਗਸਟਰ ਗੋਲਡੀ ਬਰਾੜ, ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਗੈਂਗਸਟਰ ਰਵਿੰਦਰ ਸਿੰਘ ਟਾਂਡਾ। ਚਾਰੇ ਹੀ ਗੈਂਗਸਟਰਾਂ ਦੀ ਜੜ ਪੰਜਾਬ ਦੇ ਨਾਲ ਜੁੜੀ ਹੋਈ ਹੈ ਪਰ ਉਹਨਾਂ ਦੇ ਅਪਰਾਧਾਂ ਦੀ ਗੂੰਜ ਹੁਣ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਰਹੀ ਬਲਕਿ ਅਮਰੀਕਾ, ਕੈਨੇਡਾ ਅਤੇ ਯੂਰਪ ਤੱਕ ਵੀ ਸੁਣਾਈ ਦੇ ਰਹੀ ਹੈ। अमेरिका की खुफिया एजेंसी FBI यानी कि फेडरल ब्यूरो ऑफ इन्वेस्टिगेशन ने अपने स्पेशल ऑपरेशन हार्डबॉल दे विच एक अजिहा खुलासा किया है जो भारतीय गैंगस्टरां ते सीधे एक सर्जिकल स्ट्राइक है। FBI ने हाल ही दे विच 3 चार्जशीट दाखल की है जिस दे विच 37 गैंगस्टरां दे नाम शामिल ने जो कि भारत आधारित 3 ग्लोबल क्रिमिनल सिंडिकेट्स दे नाल ही जुड़े हुए ने जिन्हां नूं लॉरेंस बिश्नोई, जग्गू भगवानपुरिया ਅਤੇ ਰਵਿੰਦਰ ਟਾਂਡਾ ਹੀ ਲੀਡ ਕਰ ਰਹੇ ਨੇ। ਗੈਂਗਸਟਰ ਲਾਰੈਂਸ ਬਿਸ਼ਨੋਈ ਫਿਲਹਾਲ ਇਸ ਵੇਲੇ ਜੇਲ੍ਹ 'ਚ ਬੰਦ ਹੈ ਪਰ ਵਿਦੇਸ਼ਾਂ ਦੇ ਵਿੱਚ ਬਹਿ ਕੇ ਦੂਜੇ ਪਾਸੇ ਗੋਲਡੀ ਬਰਾੜ, ਰੋਹਿਤ ਗੋਦਾਰਾ ਇਸ ਪੂਰੇ ਨੈਟਵਰਕ ਨੂੰ ਚਲਾਉਂਦੇ ਨਜ਼ਰ ਆ ਰਹੇ। ਹਾਲਾਂਕਿ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰ ਲਈਏ ਜੱਗੂ ਭਗਵਾਨਪੁਰੀਆ, ਦਵਿੰਦਰ ਟਾਂਡਾ, ਜਸਕਰਨ ਬਾਗੜੀ ਹੋਰ ਇਹਦੇ ਨਾਲ ਗੁਰਤੇਜ ਸਿੰਘ ਇਹ ਪੂਰੀ ਗੈਂਗ ਚਲਾਉਂਦੇ ਨਜ਼ਰ ਆ ਰਹੇ ਨੇ। ਹਾਲਾਂਕਿ FBI ਵੱਲੋਂ ਪਿਛਲੇ ਦਿਨਾਂ ਇਹਨਾਂ ਦੇ ਕਈ ਸ਼ੂਟਰ ਤੇ ਸਾਥੀਆਂ ਸਮੇਤ 24 ਗ੍ਰਿਫਤਾਰੀਆਂ ਕੀਤੀਆਂ ਸੀ ਜਿਨ੍ਹਾਂ ਤੇ ਗੰਭੀਰ ਇਲਜ਼ਾਮ ਨੇ ਜਿਨ੍ਹਾਂ ਦੇ ਰੰਗਦਾਰੀ ਦੇ, ਡਕੈਤੀ ਦੇ, ਇਸ ਤੋਂ ਇਲਾਵਾ ਕਿਡਨੈਪਿੰਗ, ਫਿਰੌਤੀਆਂ ਦੇ, ਨਸ਼ਿਆਂ ਦੇ, ਹਥਿਆਰਾਂ ਸਪਲਾਈ ਦੇ ਕਈ ਗੰਭੀਰ ਇਲਜ਼ਾਮ ਨੇ ਔਰ ਇੱਕ ਸਾਥ ਇੱਕੋ ਹੀ ਨਾਲ ਦੇ ਨਾਲ ਅਮਰੀਕਾ, ਯੂਰਪ, ਬ੍ਰਿਟੇਨ ਸਾਰਿਆਂ ਨੇ ਇਸ ਆਪਰੇਸ਼ਨ ਨੂੰ ਅੰਜਾਮ ਦੇ ਕੇ 24 ਗ੍ਰਿਫਤਾਰੀਆਂ। My office is unsealing 3 indictments charging 37 defendants with racketeering, extortion, and drug trafficking stemming from a multi-year investigation into India-based organized crime groups. As part of today's takedown, law enforcement has arrested approximately 24 defendants across the United States, Canada, and Europe. And we've executed 42 search warrants within the Central District of California and the Eastern District of California. These criminal organizations have engaged in widespread violence, including targeted killings, extortions, and kidnappings. The organizations have flooded communities around the country with massive quantities of cocaine and methamphetamine. This is just a small sample of their product here. The organizations have preyed in particular on communities in the United States and Canada with ties to India and routinely extorted these individuals and their family members in India by threatening them with physical harm and death. FBI ਦੇ ਆਪਰੇਸ਼ਨ ਹਾਰਡਬॉल ਦੇ ਵਿੱਚ ਸਭ ਤੋਂ ਪਹਿਲਾ ਨਾਂ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜੋ ਇਸ ਵੇਲੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਇਸ ਤੇ ਜੇਲ੍ਹ ਦੇ ਅੰਦਰੋਂ ਹੀ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿਵਾਉਣ ਦਾ ਇਲਜ਼ਾਮ ਹੈ। ਟਾਰਗੇਟ ਕਿਲਿੰਗ, ਨਸ਼ਾ ਤਸਕਰੀ, ਫਿਰੌਤੀ, ਕਿਡਨੈਪਿੰਗ, ਮਨੁੱਖੀ ਤਸਕਰੀ ਅਤੇ ਸਿਆਸੀ ਮਰਡਰ ਦੇ ਵਿੱਚ ਇਹ ਗੈਂਗ ਪੂਰੀ ਤਰ੍ਹਾਂ ਦੇ ਨਾਲ ਸ਼ਾਮਲ ਹੈ। ਇਸ ਗੈਂਗ ਦਾ ਨੈਟਵਰਕ ਭਾਰਤ ਤੋਂ ਲੈ ਕੇ ਵਿਦੇਸ਼ਾਂ ਤੱਕ ਫੈਲਿਆ ਹੋਇਆ ਹੈ। ਗੈਂਗ ਦੇ ਨਾਲ ਜੁੜਿਆ ਗੈਂਗਸਟਰ ਗੋਲਡੀ ਬਰਾੜ ਨਾਰਥ ਅਮਰੀਕਾ, ਰੋਹਿਤ ਗੋਦਾਰਾ ਯੂਰਪ ਅਤੇ ਸੁਖਰਾਜ ਸਿੰਘ ਕੰਗ ਭਾਰਤ ਦੇ ਵਿੱਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਅਤੇ ਮੈਂਬਰਾਂ ਨੂੰ ਜੋੜਨ ਦਾ ਹੀ ਕੰਮ ਕਰਦੇ ਨੇ।
FBI ਦਾ ਦਾਅਵਾ ਹੈ ਕਿ ਲਾਰੈਂਸ ਅਤੇ ਗੋਲਡੀ ਬਰਾੜ ਨੇ ਹੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਨਿਰਦੇਸ਼ ਦਿੱਤਾ ਸੀ। The first indictment is against the Lawrence Bishnoi organized crime group, an international crime gang consisting of thousands of members worldwide, and charges 9 defendants. It is led from India by the lead defendant, Lawrence Bishnoi. 7 of the defendants, including the organization's figurehead, the gang's North American leader, Goldie Brar, and the gang's European leader, Rohit Godara, are charged with racketeering conspiracy. The charges set forth in the indictment include allegations that Lawrence Bishnoi and Goldie Brar directed the 2023 assassination of a prominent Sikh leader in Canada, identified by his initials HSN in the indictment. ਨਿੱਜਰ ਕਤਲ ਕਾਂਡ ਤੇ FBI ਦੇ ਦਾਅਵੇ ਨੂੰ ਟਰੂਡੋ ਜਿਹੜਾ ਉਸ ਟਾਈਮ ਬਿਆਨ ਦਿੱਤਾ ਗਿਆ ਸੀਗਾ ਉਹ ਵੀ ਝੂਠਾ ਕਰਾਰ ਹੁੰਦਾ ਨਜ਼ਰ ਆ ਰਿਹਾ ਕਿਉਂਕਿ FBI ਦੇ ਚਾਰਜ ਸ਼ੀਟ ਦੇ ਵਿੱਚ ਕੁਝ ਹੋਰ ਚੀਜ਼ਾਂ ਦਰਸਾਈ ਗਈਆਂ। ਹਾਲਾਂਕਿ ਉਸ ਟਾਈਮ ਦੇ ਜਿਹੜੇ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਇਹ ਦਾਅਵਾ ਕੀਤਾ ਗਿਆ ਸੀਗਾ ਕਿ ਨਿੱਜਰ ਕਤਲकांड ਦੇ ਵਿੱਚ ਭਾਰਤ ਦੀ ਏਜੰਸੀ ਦੇ ਅਧਿਕਾਰੀ ਸ਼ਾਮਿਲ ਹੈ, ਪਰ FBI ਦੀ ਚਾਰਜ ਸ਼ੀਟ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਦਾ ਜ਼ਿਕਰ ਹੈ। ਇਹਦਾ ਮਤਲਬ ਹੁਣ ਜਿਹੜੇ ਦਾਅਵੇ ਕੀਤੇ ਗਏ ਹੈ ਦੋਨਾਂ ਦੇ ਵਿੱਚ ਫਰਕ ਹੈ। ਆਪਰੇਸ਼ਨ ਹਾਰਡਬॉल ਦੇ ਵਿੱਚ ਦੂਜੇ ਨੰਬਰ ਤੇ ਹੈ ਗੈਂਗਸਟਰ ਜੱਗੂ ਭਗਵਾਨਪੁਰੀਆ, ਜੋ ਕਿ ਲਾਰੈਂਸ ਵਾਂਗ ਹੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਅਸਮ ਦੀ ਸਿਲਚਰ ਜੇਲ੍ਹ ਦੇ ਵਿੱਚ ਹੈ। ਜੱਗੂ ਤੇ ਵੀ ਇਲਜ਼ਾਮ ਹੈ ਕਿ ਇਹ ਜੇਲ੍ਹ ਤੋਂ ਹੀ ਪੂਰੇ ਗੈਂਗ ਨੂੰ ਆਪਰੇਟ ਕਰ ਰਿਹਾ ਹੈ। ਸੁਪਾਰੀ ਕਿਲਿੰਗ, ਨਸ਼ਾ ਤਸਕਰੀ, ਕਿਡਨੈਪਿੰਗ, ਫਿਰੌਤੀ, ਹਥਿਆਰ ਸਪਲਾਈ ਅਤੇ ਭਾਰਤ ਦੇ ਵਿੱਚ ਭ੍ਰਿਸ਼ਟ ਅਫਸਰਾਂ ਦੇ ਨਾਲ ਲਿੰਕ ਦੇ ਵਿੱਚ ਹੈ। ਇਸ ਗੈਂਗ ਦੇ 1000 ਤੋਂ ਵੱਧ ਮੈਂਬਰ ਹਨ ਅਤੇ ਇਕੱਲੇ ਅਮਰੀਕਾ ਦੇ ਵਿੱਚ ਹੀ 100 ਤੋਂ ਵੱਧ ਇਸ ਦੇ ਗੁਰਗੇ ਦੱਸੇ ਜਾਂਦੇ ਨੇ। The second indictment charges 17 defendants alleged to be members or associates of the Jaggu Bhagwanpuria organized crime group. Like defendant Bishnoi, defendant Bhagwanpuria led this international gang from a jail cell in India. This gang would partner with corrupt law enforcement officials in India to falsely accuse enemies of crimes within India. FBI ਦੀ ਇਸ ਲਿਸਟ ਦੇ ਵਿੱਚ ਤੀਜਾ ਗਰੁੱਪ ਹੈ ਰਵਿੰਦਰ ਸਿੰਘ ਟਾਂਡਾ ਦਾ, ਜਿਸ ਦੇ ਇਸ ਵੇਲੇ ਕੈਨੇਡਾ ਦੇ ਵਿੱਚ ਹੋਣ ਦੇ ਇਨਪੁਟ ਹਨ। ਡਰੱਗ ਤਸਕਰੀ ਦੇ ਵਿੱਚ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੇ ਵਿੱਚ ਕੋਕੀਨ ਅਤੇ ਮੈਟਾਫੈਟਾਮਾਈਨ ਦੀ ਤਸਕਰੀ ਦਾ ਸਭ ਤੋਂ ਵੱਡਾ ਇਹ ਕਿੰਗ ਦੱਸਿਆ ਜਾਂਦਾ ਹੈ। The third indictment charges 11 defendants with various drug trafficking charges. The organization targeted in this indictment would use commercial semi-trucks to move hundreds of pounds of cocaine and methamphetamine each week across the United States and into Canada for other drug trafficking organizations. The indictment charges the Canadian leader of the organization, Ravindir Singh Danda, together with his lieutenants. ਫਿਲਹਾਲ ਅਮਰੀਕੀ ਏਜੰਸੀ ਨੂੰ ਤਿੰਨੇ ਗੈਂਗ ਦੇ ਨਾਲ ਜੁੜੇ 10 ਫਰਾਰ ਮੁਲਜ਼ਮਾਂ ਦੀ ਭਾਲ ਹੈ। ਇਸ ਦੇ ਨਾਲ ਹੀ ਗੈਂਗਸਟਰ ਗੋਲਡੀ ਬਰਾੜ ਤੇ 50,000 ਅਮਰੀਕੀ ਡਾਲਰ ਦਾ ਵੀ ਇਨਾਮ ਰੱਖਿਆ ਗਿਆ ਹੈ। ਇਸ ਖੁਲਾਸੇ ਤੋਂ ਬਾਅਦ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਮਰੀਕੀ ਏਜੰਸੀ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੀ ਹਵਾਲਗੀ ਮੰਗੇਗੀ, ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਹਵਾਲਗੀ ਮੰਗੀ ਗਈ ਤਾਂ ਕੀ ਭਾਰਤ ਇਹਨਾਂ ਗੈਂਗਸਟਰਾਂ ਨੂੰ ਅਮਰੀਕਾ ਦੇ ਹਵਾਲੇ ਕਰੇਗਾ। ਅਮਰੀਕੀ ਖੁਫੀਆ ਏਜੰਸੀ FBI ਨੇ ਭਾਰਤੀ ਗੈਂਗਸਟਰਾਂ ਨੂੰ ਲੈ ਕੇ ਜੋ ਖੁਲਾਸਾ ਕੀਤਾ ਹੈ ਉਸਨੇ ਵਾਕਈ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਰ ਇੱਕ ਪਰਤਾਂ ਖੋਲ ਕੇ ਰੱਖ ਦਿੱਤੀਆਂ ਨੇ, ਪਰ ਇਸ ਵਿਚਾਲੇ ਇੱਕ ਖੁਲਾਸਾ ਪੰਜਾਬ ਪੁਲਿਸ ਦੇ ਇੰਸਪੈਕਟਰ ਨੂੰ ਲੈ ਕੇ ਵੀ ਹੋਇਆ, ਜਿਸ ਤੇ ਇਲਜ਼ਾਮ ਹੈ ਕਿ ਉਸਨੇ ਅਮਰੀਕਾ ਦੇ ਵਿੱਚ ਰਹਿੰਦੇ ਇੱਕ ਪਰਿਵਾਰ ਨੂੰ ਕਥਿਤ ਮਰਡਰ ਦੇ ਝੂਠੇ ਕੇਸ ਦੇ ਵਿੱਚ ਫਸਾਉਣ ਦੇ ਲਈ ਕਰੋੜਾਂ ਰੁਪਏ ਦੀ ਰਿਸ਼ਵਤ ਮੰਗੀ ਸੀ। ਅਮਰੀਕੀ ਖੁਫੀਆ ਏਜੰਸੀ FBI ਦੀ 34 ਵਾਂਟਡ ਮੁਲਜ਼ਮਾਂ ਦੀ ਲਿਸਟ ਦੇ ਵਿੱਚ ਸਭ ਤੋਂ ਆਖਰੀ ਤਸਵੀਰ ਹੈ ਪੰਜਾਬ ਪੁਲਿਸ ਦੇ ਇੰਸਪੈਕਟਰ ਦੀ। ਇਹ ਹੈ ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਥਾਣੇ ਦਾ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ। ਹਾਲਾਂਕਿ ਇਸ ਵੇਲੇ ਲਾਈਨ ਹਾਜ਼ਰ ਹੈ ਅਤੇ ਹੁਸ਼ਿਆਰਪੁਰ ਪੁਲਿਸ ਲਾਈਨ ਦੇ ਵਿੱਚ ਭੇਜਿਆ ਗਿਆ ਹੈ। FBI ਦੀ ਚਾਰਜ ਸ਼ੀਟ ਦੇ ਵਿੱਚ ਇੰਸਪੈਕਟਰ ਨਾਗਰਾ ਦਾ ਜ਼ਿਕਰ ਕਥਿਤ ਤੌਰ ਤੇ ਇੱਕ ਭ੍ਰਿਸ਼ਟ ਪੁਲਿਸ ਅਫਸਰ ਦੇ ਵਜੋਂ ਹੋਇਆ ਹੈ।
ਜਿਸ ਤੇ ਇਲਜ਼ਾਮ ਹੈ ਕਿ ਉਸ ਦਾ ਕਥਿਤ ਤੌਰ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਲਿੰਕ ਹੈ ਅਤੇ ਇੱਕ ਮਰਡਰ ਕੇਸ ਦੇ ਵਿੱਚ ਅਮਰੀਕਾ ਦੇ ਵਿੱਚ ਰਹਿੰਦੇ ਪਰਿਵਾਰ ਨੂੰ ਫਸਾਉਣ ਦੀ ਧਮਕੀ ਦੇ ਕੇ 4 ਲੱਖ ਅਮਰੀਕੀ ਡਾਲਰ ਦੀ ਡਿਮਾਂਡ ਕੀਤੀ ਗਈ ਸੀ। Gunderpreet Singh is a police chief in India charged with attempting to extort victims here in Los Angeles by threatening to file a false murder charge against them in India. ਇੰਸਪੈਕਟਰ ਨਾਗਰਾ ਵਾਲੀ ਇਹ ਕਹਾਣੀ ਸਮਝਣ ਦੇ ਲਈ ਸਾਨੂੰ 6 ਮਹੀਨੇ ਪਿੱਛੇ ਜਾਣਾ ਹੋਵੇਗਾ। ਜਨਵਰੀ 15 ਤਰੀਕ ਤੇ ਜਦੋਂ ਵੀਰਵਾਰ ਦੇ ਦਿਨ ਸ਼ਾਮ ਕਰੀਬ 4 ਵਜੇ ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਮਿਆਣੀ ਦੇ ਵਿੱਚ ਇੱਕ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਪਛਾਣ ਆਮ ਆਦਮੀ ਪਾਰਟੀ ਦੇ ਵਰਕਰ ਬਲਵਿੰਦਰ ਸਿੰਘ ਸਤਕਰਤਾਰ ਦੇ ਵਜੋਂ ਹੋਈ। ਬਲਵਿੰਦਰ ਨੂੰ ਬਾਈਕ ਤੇ ਸਵਾਰ ਹੋ ਕੇ ਆਏ 3 ਬਦਮਾਸ਼ਾਂ ਨੇ ਗੋਲੀਆਂ ਮਾਰੀਆਂ ਸਨ। ਪੁਲਿਸ ਅਜੇ ਕਾਤਲਾਂ ਤੱਕ ਪਹੁੰਚਦੀ ਕਿ ਉਸ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਕਥਿਤ ਪੋਸਟ ਵਾਇਰਲ ਕਰ ਦਿੱਤੀ ਗਈ, ਜਿਸ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਇਹ ਕਤਲ ਜਸ਼ਨ ਗਿੱਲ ਅਤੇ ਗੁਰਲਾਲ ਰੁਧਿਆਣਾ ਨੇ ਕੀਤਾ ਹੈ ਅਤੇ ਉਹ ਇਸ ਦੀ ਜ਼ਿੰਮੇਵਾਰੀ ਵੀ ਲੈਂਦੇ ਨੇ। ਹਾਲਾਂਕਿ ਨਿਊਜ਼ 18 ਇਸ ਪੋਸਟ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ। ਮੈਂ ਤੁਹਾਨੂੰ ਜਗ੍ਹਾ ਦੱਸ ਦਵਾਂ ਕਿ ਇਸ ਜਗ੍ਹਾ ਜੋ ਕਿ ਹੁਸ਼ਿਆਰਪੁਰ ਦਾ ਮਿਆਣੀ ਵੱਡਾ ਮਿਆਣੀ ਪਿੰਡ ਹੈ, ਇਸ ਪਿੰਡ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਬਲਵਿੰਦਰ ਸਿੰਘ ਜਿਨ੍ਹਾਂ ਦੀ ਹਾਰਡਵੇਅਰ ਦੀ ਦੁਕਾਨ ਹੈ, ਉਹ ਆਪਣੀ ਦੁਕਾਨ ਤੇ ਬੈਠੇ ਸਨ। 15 ਜਨਵਰੀ 2026 ਨੂੰ ਸਮਾਂ ਸ਼ਾਮ 4 ਵਜੇ 3 ਹਮਲਾਵਰ ਜਿਹੜੇ ਨੇ ਉਹ ਬਾਈਕ ਤੇ ਸਵਾਰ ਹੋ ਕੇ ਪਹੁੰਚਦੇ ਨੇ ਅਤੇ ਤਾਬੜਤੋੜ 7 ਗੋਲੀਆਂ ਰਾਉਂਡ ਜਿਹੜੀ ਫਾਇਰ ਬਲਵਿੰਦਰ ਸਿੰਘ ਦੀ ਦੁਕਾਨ ਉੱਤੇ ਕਰਦੇ ਨੇ। ਇਸ ਫਾਇਰਿੰਗ ਦੇ ਵਿੱਚ ਬਲਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਅਤੇ ਬਲਵਿੰਦਰ ਸਿੰਘ ਦੇ ਨਾਲ ਬੈਠੇ ਇੱਕ ਅਨ ਵਿਅਕਤੀ ਜਿਹੜੇ ਆ ਗੰਭੀਰ ਜ਼ਖਮੀ ਹੋ ਜਾਂਦੇ ਨੇ। ਇਸ ਕਤਲकांड ਨੂੰ ਲੈ ਕੇ ਤਤਕਾਲੀ ਐਸਐਚਓ ਗੁਰਿੰਦਰਜੀਤ ਸਿੰਘ ਨਾਗਰੇ ਨੇ ਪ੍ਰੈਸ ਕਾਨਫਰੰਸ ਕਰਕੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਇਸ ਵਾਰਦਾਤ ਨੂੰ ਪਰਿਵਾਰਕ ਰੰਜਿਸ਼ ਦੇ ਵਿੱਚ ਅੰਜਾਮ ਦਿੱਤਾ ਗਿਆ ਹੈ। ਇੰਸਪੈਕਟਰ ਗੁਰਿੰਦਰਜੀਤ ਸਿੰਘ ਦੇ ਮੁਤਾਬਿਕ ਅਮਰੀਕਾ ਦੇ ਵਿੱਚ ਰਹਿ ਰਹੇ ਰਿਟਾਇਰਡ ਏਐਸਆਈ ਅਤੇ ਮ੍ਰਿਤਕ ਬਲਵਿੰਦਰ ਸਿੰਘ ਦੇ ਕੁੜਮ ਚਰਨਜੀਤ ਸਿੰਘ ਨੇ ਆਪਣੀ ਧੀ ਦੇ ਤਲਾਕ ਦੇ ਮਾਮਲੇ ਦੇ ਵਿੱਚ ਸੁਪਾਰੀ ਕਿਲਿੰਗ ਕਰਵਾਈ। ਸ਼ੂਟਰਾਂ ਦੇ ਖਾਤਿਆਂ ਦੇ ਵਿੱਚ 1,80,000 ਰੁਪਏ ਟ੍ਰਾਂਸਫਰ ਹੋਣ ਦੀ ਵੀ ਗੱਲ ਕਹੀ ਗਈ ਸੀ। ਇਸ ਤੋਂ ਬਾਅਦ ਟਾਂਡਾ ਪੁਲਿਸ ਨੇ ਅਮਰੀਕਾ ਦੇ ਵਿੱਚ ਰਹਿੰਦੇ ਚਰਨਜੀਤ ਸਿੰਘ, ਉਸਦੇ ਬੇਟੇ ਗੁਰਪ੍ਰੀਤ ਸਿੰਘ ਅਤੇ ਧੀ ਨੂੰ ਵੀ ਕਤਲ ਦੇ ਕੇਸ ਦੇ ਵਿੱਚ ਨਾਮਜ਼ਦ ਕਰ ਲਿਆ। ਇੱਥੋਂ ਹੀ ਮਾਮਲੇ ਨੇ ਇੱਕ ਨਵਾਂ ਮੋੜ ਲਿਆ। ਅਮਰੀਕੀ ਏਜੰਸੀ ਦੇ ਮੁਤਾਬਿਕ ਚਰਨਜੀਤ ਦੇ ਪਰਿਵਾਰ ਨੂੰ ਕੇਸ ਦੇ ਵਿੱਚ ਫਸਾਉਣ ਅਤੇ ਰਾਹਤ ਦਿਵਾਉਣ ਦੇ ਨਾਂ ਤੇ 4 ਲੱਖ ਡਾਲਰ ਦੀ ਕਥਿਤ ਡਿਮਾਂਡ ਕੀਤੀ ਗਈ। ਇਲਜ਼ਾਮ ਨੇ ਕਿ ਇਸ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਸਿੱਧੇ ਤੌਰ ਤੇ ਸ਼ਾਮਲ ਰਿਹਾ ਹੈ। ਜਿਵੇਂ ਹੀ FBI ਨੇ ਇੰਸਪੈਕਟਰ ਨੂੰ ਲੈ ਕੇ ਖੁਲਾਸਾ ਕੀਤਾ ਤਾਂ ਪੰਜਾਬ ਪੁਲਿਸ ਨੇ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਆਨਨ ਫਾਨਨ ਦੇ ਵਿੱਚ ਲਾਈਨ ਹਾਜ਼ਰ ਕਰ ਦਿੱਤਾ। FBI ਵੱਲੋਂ ਜਦ ਗੈਂਗਸਟਰਾਂ ਦੀ ਫੋਟੋਆਂ ਇੱਕ ਜਾਰੀ ਕੀਤੀਆਂ ਜਾਂਦੀਆਂ, ਉਸ ਵਿੱਚ ਟਾਂਡਾ ਦੇ SHO ਦੀ ਫੋਟੋ ਸ਼ਾਮਿਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਜਾਂਦਾ। ਦੱਸ ਦਵਾਂ ਕਿ ਉਸ ਤੋਂ ਬਾਅਦ ਤੁਰੰਤ ਜਿਹੜਾ ਹੈ SSP ਹੁਸ਼ਿਆਰਪੁਰ ਵੱਲੋਂ ਗੁਰਿੰਦਰਜੀਤ ਸਿੰਘ ਨਾਗਰਾ ਜੋ ਕਿ ਟਾਂਡਾ ਦੇ SHO ਨੇ, ਇਹਨਾਂ ਨੂੰ ਫਟਾਫਟ ਲਾਈਨ ਹਾਜ਼ਰ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਇੱਕ ਵੱਡੀ ਜਾਂਚ ਜਿਹੜੀ ਆ ਉਹ ਬਿਠਾਈ ਜਾਂਦੀ ਹੈ। ਦੱਸ ਦਵਾਂ ਕਿ ਇਸ ਜਾਂਚ ਦੀ ਕਮਾਨ ਖੁਦ DIG ਜਲੰਧਰ ਰੇਂਜ ਵੱਲੋਂ ਸੰਭਾਲੀ ਗਈ ਆ। ਇੰਸਪੈਕਟਰ ਗੁਰਿੰਦਰਜੀਤ ਸਿੰਘ ਇਸ ਵੇਲੇ ਹੁਸ਼ਿਆਰਪੁਰ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਹੈ। ਨਿਊਜ਼ 18 ਦੀ ਟੀਮ ਨੇ ਉਹਨਾਂ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕੀਤੀ, ਪਰ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਕਸਬਾ ਟਾਂਡਾ ਦੇ ਵਿੱਚ SHO ਗੁਰਿੰਦਰਜੀਤ ਸਿੰਘ ਨੂੰ ਕਰੋੜਾਂ ਦੀ ਫਰੌਤੀ ਮੰਗਣ ਦੇ ਦੋਸ਼ ਵਿੱਚ SSP ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੇ ਵੱਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ। ਇਸ ਵਕਤ ਅਸੀਂ ਖੜੇ ਹਾਂ ਹੁਸ਼ਿਆਰਪੁਰ ਦੇ ਉਸੇ ਪੁਲਿਸ ਲਾਈਨ ਦੇ ਸਾਹਮਣੇ, ਜਿੱਥੇ ਕਿ ਅੰਦਰ ਗੁਰਿੰਦਰਜੀਤ ਆਪਣੀ ਡਿਊਟੀ ਦੇ ਰਿਹਾ ਹੈ। ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ DIG ਜਲੰਧਰ ਰੇਂਜ ਕਰ ਰਿਹਾ ਹੈ ਤੇ ਗੁਰਿੰਦਰਜੀਤ ਸਿੰਘ ਦੇ ਬੈਂਕ ਅਕਾਊਂਟ, ਕਾਲ ਡਿਟੇਲ ਅਤੇ ਇੱਥੋਂ ਤੱਕ ਕਿ ਗੁਰਿੰਦਰਜੀਤ ਸਿੰਘ ਦੇ ਰਿਸ਼ਤੇਦਾਰਾਂ ਦੀ ਵੀ ਅਕਾਊਂਟਾਂ ਦੀ ਡਿਟੇਲ ਪੂਰੀ ਇਕੱਠੀ ਕੀਤੀ ਜਾ ਰਹੀ ਹੈ। ਫਿਲਹਾਲ FBI ਦੇ ਇਹਨਾਂ ਦਾਅਵਿਆਂ ਨੂੰ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ, ਪਰ ਅਸਲ ਸੱਚ ਕੀ ਹੈ ਇਸ ਦਾ ਜਵਾਬ ਵਿਭਾਗੀ ਜਾਂਚ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪਰ ਆਪਰੇਸ਼ਨ ਹਾਰਡਬੋਲ ਨੇ ਇਹ ਜ਼ਰੂਰ ਦਿਖਾ ਦਿੱਤਾ ਹੈ ਕਿ ਪੰਜਾਬ ਤੋਂ ਚੱਲਣ ਵਾਲੇ ਗੈਂਗਸਟਰ ਨੈਟਵਰਕ ਹੁਣ ਸਿਰਫ ਸਰਹੱਦਾਂ ਤੱਕ ਸੀਮਤ ਨਹੀਂ ਰਹੇ। ਉਹਨਾਂ ਦੀਆਂ ਜੜ੍ਹਾਂ ਅਤੇ ਉਹਨਾਂ ਦੇ ਖਿਲਾਫ ਹੋਣ ਵਾਲੀਆਂ ਜਾਂਚਾਂ ਹੁਣ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਚੁੱਕੀਆਂ ਨੇ। ਆਪਰੇਸ਼ਨ ਹਾਰਡਬੋਲ ਨੇ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਇੱਕ ਸਵਾਲ ਖੜਾ ਕੀਤਾ ਹੈ। ਸਵਾਲ ਇਹ ਕਿ ਆਖਰ ਸਲਾਖਾਂ ਦੇ ਪਿੱਛੋਂ ਵੀ ਗੈਂਗਸਟਰ ਕਿਵੇਂ ਆਪਣੀ ਗੈਂਗ ਨੂੰ ਆਪਰੇਟ ਕਰ ਰਹੇ ਨੇ। ਆਖਿਰ ਅਜਿਹਾ ਕਿਹੜਾ ਸੁਰਾਖ ਹੈ ਜੋ ਨਾ ਤਾਂ ਏਜੰਸੀਆਂ ਨੂੰ ਦਿਖ ਰਿਹਾ ਹੈ ਅਤੇ ਨਾ ਹੀ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੂੰ।
ਅਮਰੀਕੀ ਖੁਫੀਆ ਏਜੰਸੀ FBI ਦੇ ਆਪਰੇਸ਼ਨ ਹਾਰਡਬੋਲ ਦੀ ਗੱਲ ਕਰੀਏ ਤਾਂ ਇਹ ਅਮਰੀਕਾ, ਕੈਨੇਡਾ ਅਤੇ ਯੂਰਪ ਦੀ ਏਜੰਸੀਆਂ ਦਾ ਇੱਕ ਜੁਆਇੰਟ ਆਪਰੇਸ਼ਨ ਹੈ ਜਿਸ ਦਾ ਮਕਸਦ ਆਰਗੇਨਾਈਜ਼ਡ ਕ੍ਰਾਈਮ ਨੂੰ ਖਤਮ ਕਰਨਾ ਹੈ। ਭਾਰਤ ਦੇ ਨਾਲ ਸੰਬੰਧਿਤ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਰਵਿੰਦਰ ਟਾਂਡਾ ਗਰੁੱਪ ਤੇ ਐਕਸ਼ਨ ਹੋਇਆ। 37 ਗੈਂਗਸਟਰਾਂ ਦੇ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਅਤੇ 50 ਤੋਂ ਵੱਧ ਟਿਕਾਣਿਆਂ ਤੇ ਵੀ ਰੇਡ ਹੋਈ ਹੈ। ਇਸ ਪੂਰੇ ਆਪਰੇਸ਼ਨ ਦੇ ਵਿੱਚ ਏਜੰਸੀਆਂ ਨੇ ਹੁਣ ਤੱਕ 1 ਟਨ ਕੋਕੀਨ, ਵੱਡੀ ਗਿਣਤੀ ਦੇ ਵਿੱਚ ਹਥਿਆਰ ਅਤੇ ਹਜ਼ਾਰਾਂ ਕਾਰਤੂਸ ਬਰਾਮਦ ਕੀਤੇ ਨੇ। ਇਹ ਆਪਰੇਸ਼ਨ ਪਿਛਲੇ 3 ਸਾਲਾਂ ਤੋਂ ਹੀ ਚੱਲ ਰਿਹਾ ਸੀ। FBI ਦਾ ਆਪਰੇਸ਼ਨ ਹਾਰਡਬਾਲ ਦਾ ਇੱਕ ਸੂਤਰਧਾਰ ਭਾਰਤੀ ਏਜੰਸੀ NIA ਨੂੰ ਵੀ ਮੰਨਿਆ ਜਾ ਰਿਹਾ। ਮੀਡੀਆ ਮੁਤਾਬਿਕ ਅਮਰੀਕਾ, ਕੈਨੇਡਾ, ਯੂਰਪ ਦੀ ਵੱਡੀ ਲਾਅ ਇਨਫੋਰਸਮੈਂਟ ਏਜੰਸੀਆਂ ਲਗਾਤਾਰ NIA ਦੇ ਸੰਪਰਕ ਸੀਗੀ। ਲਗਾਤਾਰ ਮੀਟਿੰਗਸ ਦਾ ਦੌਰ ਚੱਲਿਆ ਜਿਹਦੇ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਰੋਹਿਤ ਗੁਦਾਰਾ, ਜੱਗੂ ਭਗਵਾਨਪੁਰੀਆ, ਹੋਰ ਵੀ ਜਿਹੜੇ ਉਹਨਾਂ ਦੇ ਸਾਥੀ, ਉਹਨਾਂ ਦਾ ਇੱਕ ਪੂਰਾ ਡੋਜ਼ੀਅਰ, ਉਹਨਾਂ ਦੀ ਇੱਕ ਪੂਰੀ ਲਿਸਟ NIA ਵੱਲੋਂ ਸ਼ੇਅਰ ਕੀਤੀ ਗਈ ਸੀ। ਔਰ ਇਹ ਹੁਣੇ ਨਹੀਂ, ਕਾਫੀ ਲੰਬੇ ਸਮੇਂ ਤੋਂ ਇਹ ਲਗਾਤਾਰ ਮੀਟਿੰਗਸ ਦਾ ਜਿਹੜਾ ਦੌਰ ਹੈ, ਵਿਦੇਸ਼ੀ ਜਿਹੜੀ ਇਨਫੋਰਸਮੈਂਟ ਏਜੰਸੀ ਹੈ ਔਰ ਭਾਰਤੀ ਜਿਹੜੀ ਏਜੰਸੀ ਹੈ, ਉਹਨਾਂ ਦੀ ਲਗਾਤਾਰ ਮੀਟਿੰਗਸ ਚੱਲ ਰਹੀ ਸੀ। ਲਗਾਤਾਰ ਉਹਨਾਂ ਦੀ ਸ਼ੇਅਰਿੰਗ ਜਿਹੜੀ ਉਹ ਕੀਤੀ ਜਾ ਰਹੀ ਸੀ, ਜਿਹਦੇ ਵਿੱਚ ਇੱਕ ਵੱਡਾ ਆਪਰੇਸ਼ਨ ਅੰਜਾਮ ਦਿੱਤਾ ਗਿਆ। ਇਸ ਸਭ ਦੇ ਵਿਚਾਲੇ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕੋਈ ਵੀ ਕੈਦੀ ਜੋ ਸਲਾਖਾਂ ਦੇ ਪਿੱਛੇ ਬੰਦ ਹੈ, ਉਹ ਜੇਲ੍ਹ ਦੇ ਅੰਦਰ ਬੈਠ ਕੇ ਕਤਲ, ਫਿਰੌਤੀ, ਡਰੱਗ ਸਮਗਲਿੰਗ ਅਤੇ ਟਾਰਗੇਟ ਕਿਲਿੰਗ ਵਰਗੇ ਅਪਰਾਧਾਂ ਨੂੰ ਕਥਿਤ ਤੌਰ ਤੇ ਆਪਰੇਟ ਕਿਵੇਂ ਕਰ ਸਕਦਾ ਹੈ। ਜੇਲ੍ਹਾਂ ਨੂੰ ਲੈ ਕੇ ਇੱਕ ਗੱਲ ਤਾਂ ਆਮ ਹੈ ਕਿ ਇਸ ਥਾਂ ਤੇ ਆ ਕੇ ਜੁਰਮ ਖਤਮ ਹੋ ਜਾਂਦੇ ਨੇ, ਪਰ FBI ਦੇ ਦਾਅਵੇ ਇਹ ਸਵਾਲ ਚੁੱਕਦੇ ਨੇ ਕਿ ਜੇਲ੍ਹਾਂ ਕਥਿਤ ਤੌਰ ਤੇ ਗੈਂਗਸਟਰ ਦੇ ਕਮਾਂਡ ਸੈਂਟਰ ਬਣ ਚੁੱਕੀਆਂ ਨੇ। ਇਹ ਗੈਂਗਸਟਰ ਆਖਰ ਕਿਵੇਂ ਜੇਲ੍ਹਾਂ ਤੋਂ ਹੀ ਗੈਂਗ ਨੂੰ ਆਪਰੇਟ ਕਰ ਰਹੇ ਨੇ, ਕਿਸੇ ਨੂੰ ਵੀ ਮਾਰਨ ਦੀ ਸਾਜ਼ਿਸ਼ ਰਚ ਲੈਂਦੇ ਨੇ ਅਤੇ ਬਾਅਦ ਦੇ ਵਿੱਚ ਜੋ ਖੁਲਾਸਾ ਹੁੰਦਾ ਹੈ ਕਿ ਜੇਲ੍ਹਾਂ ਤੋਂ ਹੀ ਪੂਰੀ ਪਲਾਨਿੰਗ ਹੋਈ ਹੈ। ਇਹ ਆਪਣੇ ਆਪ ਦੇ ਵਿੱਚ ਉਹ ਸਵਾਲ ਹੈ ਜੋ ਪੁਲਿਸ ਤੋਂ ਹੀ ਪੁੱਛ ਰਹੀ ਹੈ ਅਤੇ ਜਵਾਬ ਵੀ ਸ਼ਾਇਦ ਉਹੀ ਦੇ ਸਕਦੀ ਹੈ। ਕੁੱਲ ਮਿਲਾ ਕੇ ਅਪਰਾਧ ਕਿੱਥੋਂ ਵੀ ਸ਼ੁਰੂ ਹੋਵੇ, ਪਰ ਉਸ ਦਾ ਦਾਇਰਾ ਕਿੰਨਾ ਵੱਡਾ ਹੋ ਸਕਦਾ ਹੈ, ਇਹ ਆਪਰੇਸ਼ਨ ਹਾਰਡਬੋਲ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ। ਪੰਜਾਬ ਦੀਆਂ ਗਲੀਆਂ ਤੋਂ ਨਿਕਲੇ ਗੈਂਗਸਟਰਾਂ ਦਾ ਨੈਟਵਰਕ ਅੱਜ ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਜਾਂਚ ਏਜੰਸੀਆਂ ਦੀਆਂ ਫਾਈਲਾਂ ਤੱਕ ਪਹੁੰਚ ਚੁੱਕਿਆ ਹੈ। ਸਵਾਲ ਸਿਰਫ ਇਹ ਨਹੀਂ ਕਿ ਕਿੰਨੇ ਗੈਂਗਸਟਰ ਗ੍ਰਿਫਤਾਰ ਹੋਏ, ਸਵਾਲ ਇਹ ਵੀ ਹੈ ਕਿ ਇਸ ਪੂਰੇ ਨੈਟਵਰਕ ਦੀਆਂ ਜੜ੍ਹਾਂ ਹੋਰ ਕਿੰਨੀਆਂ ਡੂੰਘੀਆਂ ਹੋ ਸਕਦੀਆਂ ਨੇ, ਕਿੰਨੇ ਹੋਰ ਚਿਹਰੇ ਬੇਨਕਾਬ ਹੋਣੇ ਅਜੇ ਬਾਕੀ ਹਨ ਅਤੇ ਕੀ ਇਸ ਅੰਤਰਰਾਸ਼ਟਰੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਨਾਲ ਜੁੜੇ ਇਸ ਗੈਂਗਸਟਰ ਸਿੰਡੀਕੇਟ ਦੀ ਕਮਰ ਸੱਚਮੁੱਚ ਟੁੱਟ ਜਾਵੇਗੀ ਜਾਂ ਫਿਰ ਇਹ ਅਪਰਾਧ ਦਾ ਜਾਲ ਕਿਸੇ ਹੋਰ ਰੂਪ ਦੇ ਵਿੱਚ ਮੁੜ ਤੋਂ ਸਾਹਮਣੇ ਆਵੇਗਾ। ਇਸ ਦਾ ਜਵਾਬ ਆਉਣ ਵਾਲਾ ਸਮਾਂ ਹੀ ਦੇ ਸਕਦਾ ਹੈ। ਨਿਊਜ਼ 18 ਦੇ ਲਈ ਚੰਡੀਗੜ੍ਹ ਤੋਂ ਮਨੋਜ ਰਾਠੀ, ਟਾਂਡਾ ਤੋਂ ਵਿਜੇ ਸਲਾਰੀਆ, ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੇ ਨਾਲ ਨਿਊਜ਼ ਡੈਸਕ ਤੋਂ ਪ੍ਰਕਾਸ਼ ਫੁਲਾਰਾ ਦੀ ਰਿਪੋਰਟ, ਨਿਊਜ਼ 18 ਪੰਜਾਬ। FBI ਦੇ ਖੁਲਾਸੇ ਆਪਰੇਸ਼ਨ ਹਾਰਡਬੋਲ ਤੋਂ ਬਾਅਦ ਹੁਣ ਵੇਖਣਾ ਇਹ ਹੋਵੇਗਾ ਕਿ ਗੈਂਗਸਟਰ ਸਿੰਡੀਕੇਟ ਦਾ ਲੱਕ ਟੁੱਟਦਾ ਹੈ ਜਾਂ ਫਿਰ ਇੱਕ ਨਵੇਂ ਚਿਹਰੇ ਦੇ ਨਾਲ ਇਹ ਮੁੜ ਤੋਂ ਹੋਰ ਮਜ਼ਬੂਤ ਹੋਵੇਗਾ। ਫਿਲਹਾਲ ਕ੍ਰਾਈਮ ਫਾਈਲਸ ਦੇ ਵਿੱਚ ਇੰਨਾ ਹੀ। ਅਗਲੇ ਹਫਤੇ ਫਿਰ ਮਿਲਾਂਗੇ ਅਪਰਾਧ ਦੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਉਦੋਂ ਤੱਕ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਰੱਖੋ ਖਿਆਲ।